हाँ जी Rajay, good afternoon to all. Today your business topic is capacity of parties to contract. Before it we have discussed about what is contract and about the characteristics of contract and about the main elements likewise as offer and acceptance under a contract. So ਇਸ ਤੋਂ ਪਹਿਲਾਂ ਜੋ ਵੀ ਡਿਸਕਸ਼ਨ ਹੋ ਚੁੱਕੀ ਹੈ ਉਸ ਦੇ ਵਿੱਚ ਆਪਾਂ ਕੀ ਹੈ ਰਜੇ ਆਫਰ ਐਕਸੈਪਟੈਂਸ ਬਾਰੇ ਪੜ੍ਹ ਚੁੱਕੇ ਹਾਂ ਅਤੇ ਅੱਜ ਜੋ ਆਪਣਾ ਟੌਪਿਕ ਹੈ ਉਹ ਹੈ ਕਪੈਸਿਟੀ ਪਾਰਟੀਜ਼ ਦੀ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਕੰਟਰੈਕਟ ਹੋਣਾ ਹੈ ਉਸ ਦੇ ਲਈ ਕੀ ਹੈ ਆਪਣੇ ਕੋਲ ਦੋ ਪਾਰਟੀਜ਼ ਤਾਂ ਚਾਹੀਦੀਆਂ ਨੇ, ਠੀਕ ਹੈ। ਇੱਕ ਉਹ ਪਾਰਟੀ ਜੋ ਕਿਸੇ ਵੀ ਡੀਲਿੰਗ ਦੇ ਲਈ ਜਾਂ ਐਗਰੀਮੈਂਟ ਦੇ ਲਈ ਇੱਕ ਆਫਰ ਦਿੰਦੀ ਹੈ ਅਤੇ ਦੂਸਰੀ ਪਾਰਟੀ ਜੋ ਉਸ ਆਫਰ ਨੂੰ ਐਕਸੈਪਟ ਕਰ ਰਹੀ ਹੈ। ਤਾਂ ਦੋਵੇਂ ਹੀ ਪਾਰਟੀਜ਼ ਨੇ ਕਿਸੇ ਵੀ ਕੰਟਰੈਕਟ ਨੂੰ ਕਰਨ ਦੇ ਲਈ ਕੈਪੇਬਲ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਬਿਜ਼ਨਸ ਲਾਅ ਦੀ, ਠੀਕ ਹੈ, ਆਪਣਾ ਜੋ ਇੰਡੀਅਨ ਕੰਟਰੈਕਟ ਐਕਟ ਹੈ 1872 ਉਸ ਦੇ ਅੰਡਰ ਕੀ ਹੈ ਕੁਛ ਪਰਸਨਸ ਦੀ ਕੈਟਾਗਰੀ ਨੂੰ ਕੀ ਰੱਖਿਆ ਗਿਆ, ਇਨਕੰਪੀਟੈਂਟ ਰੱਖਿਆ ਗਿਆ ਕਿ ਉਹ ਪਰਸਨ ਕੀ ਹੈ ਕੋਈ ਵੀ ਕੰਟਰੈਕਟ ਹੈ ਜੋ ਉਹ ਨਹੀਂ ਕਰ ਸਕਦੀ। ਜਿਸ ਤਰ੍ਹਾਂ ਪਹਿਲੀ ਕੈਟਾਗਰੀ ਇਸ ਦੇ ਵਿੱਚ ਆਉਂਦੀ ਹੈ ਰਜੇ ਕਿ ਮਾਈਨਰਸ। ਤਾਂ ਮਾਈਨਰ ਕੌਣ ਹੁੰਦੇ ਆ ਰਜੇ ਕਿ ਜਿਨ੍ਹਾਂ ਪਰਸਨਸ ਦੀ ਜੋ ਏਜ ਹੈ ਉਹ 18 ਈਅਰ ਜਾਂ ਉਸ ਤੋਂ ਘੱਟ ਹੈ, ਠੀਕ ਹੈ, ਜਿਸ ਨੂੰ ਆਪਾਂ ਪੰਜਾਬੀ 'ਚ ਬੋਲਦੇ ਹਾਂ ਨਾਬਾਲਿਗ, ਕਿ ਉਹ ਪਰਸਨ ਕੀ ਹੁੰਦੇ ਆ ਮਾਈਨਰਸ। ਤਾਂ ਉਹ ਪਰਸਨ ਕੀ ਹੋਣਗੇ ਇਨਕੰਪੀਟੈਂਟ ਹੋਣਗੇ ਕਿ ਉਹ ਪਰਸਨ ਕੀ ਹੈ ਕੰਟਰੈਕਟ ਨਹੀਂ ਕਰ ਸਕਦੇ। ਬਟ ਜੇਕਰ ਆਪਾਂ ਗੱਲ ਕਰਦੇ ਹਾਂ ਗਾਰਡੀਅਨ ਐਂਡ ਵਾਰਡਸ ਐਕਟ 1890 ਦੀ, ਤਾਂ ਉਸ ਦੇ ਅੰਡਰ ਜਿਹੜੀ ਇਹ ਏਜ ਹੈ ਉਹ 21 ਈਅਰਸ ਵੀ ਮੰਨੀ ਗਈ ਹੈ। ਅਦਰਵਾਈਜ਼ ਇਸ ਏਜ ਨੂੰ ਨੋਰਮਲ ਕੇਸਿਸ ਦੇ ਵਿੱਚ 18 ਈਅਰ ਹੀ ਮੰਨਿਆ ਜਾਂਦਾ ਹੈ। ਸੈਕਿੰਡ ਕੈਟਾਗਰੀ ਦੇ ਪਰਸਨ ਹੁੰਦੇ ਆ ਪਰਸਨ ਆਫ ਅਨਸਾਊਂਡ ਮਾਈਂਡ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਿਨ੍ਹਾਂ ਦੀ ਦਿਮਾਗੀ ਹਾਲਤ ਸਹੀ ਨਹੀਂ ਹੁੰਦੀ, ਤਾਂ ਉਹ ਪਰਸਨ ਕੀ ਹੈ ਕੰਟਰੈਕਟ ਹੈ ਜੋ ਉਹ ਨਹੀਂ ਕਰ ਸਕਦੇ, ਜਿਵੇਂ ਲੂਨੈਟਿਕ ਪਰਸਨਸ ਹੋ ਗਏ, ਠੀਕ ਹੈ, ਪਾਗਲ ਕਹਿ ਸਕਦੇ ਹੋ ਤੁਸੀਂ। ਤੀਸਰਾ ਕੇਸ ਆਉਂਦਾ ਹੈ ਜੇ ਪਰਸਨਸ ਡਿਸਕੁਆਲੀਫਾਈਡ ਬਾਈ ਲਾਅ, ਕਿ ਜਿਨ੍ਹਾਂ ਪਰਸਨਸ ਨੂੰ ਲਾਅ ਹੈ ਜੋ ਉਹ ਡਿਸਕੁਆਲੀਫਾਈ ਕਰ ਦਿੰਦਾ ਕਿ ਲਾਅ ਉਹਨਾਂ ਨੂੰ ਰਿਕੋਗਨਾਈਜ਼ ਹੈ ਉਹ ਨਹੀਂ ਕਰਦਾ। ਆਫਟਰ ਦੈਟ ਤੁਹਾਡਾ ਟੌਪਿਕ ਹੈ ਇਫੈਕਟਸ ਆਫ ਮਾਈਨਰਸ ਐਗਰੀਮੈਂਟ, ਕਿ ਜੇਕਰ ਆਪਾਂ ਕਿਸੇ ਮਾਈਨਰ ਦੇ ਨਾਲ ਕੰਟਰੈਕਟ ਕਰਦੇ ਹਾਂ ਤਾਂ ਉਸ ਕੰਟਰੈਕਟ ਦੇ ਕੀ ਜੋ ਇਫੈਕਟ ਨੇ ਉਹ ਪੈਂਦੇ ਆ ਆਪਣੇ ਕੰਟਰੈਕਟ ਜਾਂ ਡੀਲ ਦੇ ਉੱਤੇ। ਸਭ ਤੋਂ ਪਹਿਲਾਂ ਜੋ ਮੇਨ ਇਫੈਕਟ ਹੈ ਇਸ ਚੀਜ਼ ਦਾ ਉਹ ਕੀ ਹੈ ਕਿ ਐਨ ਐਗਰੀਮੈਂਟ ਵਿਦ ਔਰ ਬਾਈ ਮਾਈਨਰ ਇਜ਼ ਵੋਇਡ। ਕੋਈ ਵੀ ਕੰਟਰੈਕਟ ਜਾਂ ਐਗਰੀਮੈਂਟ ਜੋ ਇੱਕ ਮਾਈਨਰ ਦੇ ਨਾਲ ਕੀਤਾ ਜਾਊਗਾ ਉਹ ਲਾਅ ਦੀ ਲੈਂਗੁਏਜ ਦੇ ਵਿੱਚ ਕੀ ਹੈ ਵੋਇਡ ਹੈ। ਵੋਇਡ ਬੋਲਿਆ ਜਾਂਦਾ ਰਾਜੇ ਖਾਲੀ ਨੂੰ, ਕਿ ਉਸ ਕੰਟਰੈਕਟ ਨੂੰ ਜਾਇਜ਼ ਮੰਨਿਆ ਹੀ ਨਹੀਂ ਜਾਊਗਾ, ਠੀਕ ਹੈ, ਕਿਉਂਕਿ ਇੱਕ ਮਾਈਨਰ ਨੂੰ ਲਾਅ ਨੇ ਕੀ ਕਿਹਾ ਕਿ ਉਹ ਪਰਸਨ ਕੀ ਹੈ ਇਨਕੈਪੇਬਲ ਹੈ ਕਿਸੇ ਕੰਟਰੈਕਟ ਨੂੰ ਕਰਨ ਦੇ ਲਈ। ਬਟ ਫਿਰ ਵੀ ਜੇਕਰ ਆਪਾਂ ਕਿਸੇ ਐਗਰੀਮੈਂਟ ਦੇ ਵਿੱਚ ਕੰਟਰੈਕਟ ਦੇ ਵਿੱਚ ਮਾਈਨਰ ਨੂੰ ਇਨਕਲੂਡ ਕਰਦੇ ਹਾਂ ਦੈਟ ਮੀਨਸ ਕਿ ਸਟਾਰਟਿੰਗ ਤੋਂ ਹੀ ਉਸਨੂੰ ਕੀ ਕਰਤਾ ਵੋਇਡ ਕਰਤਾ। ਇਸ ਨੂੰ ਬੋਲਿਆ ਜਾਂਦਾ ਵੋਇਡ ਐਬ ਇਨੀਸ਼ੀਓ, ਇਨੀਸ਼ੀਅਲ 'ਤੇ ਹੀ ਉਸਨੂੰ ਕੀ ਕਰਤਾ ਵੋਇਡ ਕਰਤਾ। ਸੈਕਿੰਡਲੀ ਹੈ ਰਜੇ ਨੋ ਰੈਟੀਫਿਕੇਸ਼ਨ, ਕਿ ਜੋ ਐਗਰੀਮੈਂਟ ਇੱਕ ਮਾਈਨਰ ਦੇ ਨਾਲ ਕੀਤਾ ਜਾਂਦਾ ਉਹ ਕੰਪਲੀਟਲੀ ਵੋਇਡ ਹੈ, ਠੀਕ ਹੈ। ਸੋ ਜੋ ਉਹ ਕੰਪਲੀਟਲੀ ਵੋਇਡ ਹੈ ਤਾਂ ਇੱਕ ਜੋ ਮਾਈਨਰ ਹੈ ਉਹ ਇਸ ਨੂੰ ਕੀ ਹੈ ਰੈਟੀਫਾਈ ਨਹੀਂ ਕਰ ਸਕਦਾ, ਚਾਹੇ ਉਹ ਬਾਅਦ ਦੇ ਵਿੱਚ ਕੀ ਹੈ ਮੈਜੋਰਟੀ ਨੂੰ ਅਟੇਨ ਕਰ ਲਈ। ਇਟ ਮੀਨਸ ਦੈਟ ਕਿ ਜਦੋਂ ਮੰਨ ਲਓ ਕਿਸੇ ਪਰਸਨ ਨੇ ਕੋਈ ਕੰਟਰੈਕਟ ਕੀਤਾ ਤਾਂ ਉਹ 17 ਸਾਲ ਦਾ ਸੀ, ਠੀਕ ਹੈ, ਤਾਂ ਉਸ ਟਾਈਮ ਕੀ ਸੀ ਉਸਦੀ ਏਜ ਕੀ ਸੀ ਕਿ ਉਹ ਇਨਕੈਪੇਬਲ ਸੀ ਉਸ ਕੰਟਰੈਕਟ ਨੂੰ ਕਰਨ ਦੇ ਲਈ, ਅਤੇ ਉਹ ਕੰਟਰੈਕਟ ਕੀ ਹੈ 2-3 ਸਾਲ ਤੱਕ ਚੱਲਦਾ ਰਿਹਾ। ਉਸ ਤੋਂ ਬਾਅਦ ਕੀ ਉਹ ਮੈਜੋਰਿਟੀ ਦੀ ਏਜ ਦੇ ਵਿੱਚ ਆ ਗਿਆ, 18 ਸਾਲ ਦੀ ਏਜ ਨੂੰ ਪੂਰਾ ਕਰ ਗਿਆ। ਬਟ 18 ਸਾਲ ਦੀ ਏਜ ਨੂੰ ਪੂਰਾ ਕਰਨ ਤੋਂ ਬਾਅਦ ਉਹ ਆਪਣੇ ਕੰਟਰੈਕਟ ਨੂੰ ਰੈਟੀਫਾਈ ਨਹੀਂ ਕਰ ਸਕਦਾ ਕਿ ਹਾਂਜੀ ਹੁਣ ਮੈਂ ਕੀ ਇੱਕ ਮੇਜਰ ਪਰਸਨ ਹੋ ਗਿਆ ਅਤੇ ਇਹ ਕੰਟਰੈਕਟ ਹੈ ਜੋ ਵੈਲਿਡ ਮੰਨਿਆ ਜਾਵੇ, ਨੋ, ਠੀਕ ਹੈ। ਤਾਂ ਇਟ ਮੀਨਸ ਦੈਟ ਕਿ ਜਦੋਂ ਕੰਟਰੈਕਟ ਹੋਇਆ ਤਾਂ ਉਸ ਟਾਈਮ ਉਸ ਪਰਸਨ ਦੀ ਜੋ ਏਜ ਹੈ ਉਹ ਦੇਖੀ ਜਾਂਦੀ ਹੈ। ਥਰਡ ਆਪਾਂ ਪੁਆਇੰਟ ਲੈਂਦੇ ਹਾਂ ਇਸਦਾ ਮਾਈਨਰ ਕੈਨ ਬੀ ਪ੍ਰੋਮਿਸਰੀ ਔਰ ਬੈਨੀਫਿਸ਼ਰੀ। ਮਾਈਨਰ ਕੈਨ ਬੀ ਅ ਪ੍ਰੋਮਿਸਰੀ, ਇਟ ਮੀਨਸ ਦੈਟ ਮਾਈਨਰ ਕੀ ਹੈ ਇੱਕ ਬੈਨੀਫਿਸ਼ਰੀ ਹੋ ਸਕਦਾ, ਉਹ ਖੁਦ ਪ੍ਰੋਮਿਸਰ ਨਹੀਂ ਹੋ ਸਕਦਾ, ਠੀਕ ਹੈ, ਕਿ ਕੋਈ ਮੇਜਰ ਪਰਸਨ ਹੈ ਡੀਲ ਕਰ ਰਿਹਾ ਹੈ, ਠੀਕ ਹੈ, ਮੰਨ ਲਓ ਦੋ, ਇੱਕ ਮੇਜਰ ਪਰਸਨ ਇੱਕ ਮਾਈਨਰ ਪਰਸਨ ਹੈ, ਇੱਕ ਮੇਜਰ ਪਰਸਨ ਮਾਈਨਰ ਪਰਸਨ ਦੇ ਨਾਲ ਡੀਲ ਕਰ ਰਿਹਾ ਹੈ, ਤਾਂ ਇਸ ਕੇਸ ਦੇ ਵਿੱਚ ਕੀ ਰਜੇ ਕਿ ਮੇਜਰ ਪਰਸਨ ਆਫਰ ਦੇ ਸਕਦਾ, ਮਾਈਨਰ ਪਰਸਨ ਉਹਨੂੰ ਐਕਸੈਪਟ ਕਰ ਸਕਦਾ, ਠੀਕ ਹੈ, ਕਿ ਇੱਕ ਮਾਈਨਰ ਪਰਸਨ ਸਿਰਫ ਦੋਵੇਂ ਹੀ ਕੇਸਿਸ ਦੇ ਵਿੱਚ ਕੀ ਹੋਊਗਾ ਇੱਕ ਬੈਨੀਫਿਸ਼ਰੀ ਹੋਊਗਾ ਕਿ ਜਿਸ ਨੂੰ ਉਸ ਕੰਟਰੈਕਟ ਤੋਂ ਕੀ ਹੈ ਕੋਈ ਨਾ ਕੋਈ ਜੋ ਬੈਨੀਫਿਟ ਹੈ ਉਹ ਹੁੰਦਾ ਹੋਵੇ। ਫੋਰਥ ਹੈ ਨੋ ਇਸਟੋਪਲ ਅਗੇਂਸਟ ਮਾਈਨਰ, ਕਿ ਇੱਕ ਪਰਸਨ ਮਾਈਨਰ ਹੈ ਤਾਂ ਸਿਰਫ ਇਸ ਬਿਹਾਫ ਦੇ ਉੱਤੇ ਤੁਸੀਂ ਉਸਦਾ ਕੰਟਰੈਕਟ ਹੈ ਜੋ ਉਹ ਨਹੀਂ ਰੋਕ ਸਕਦੇ। ਲਾਅ ਆਪਾਂ ਨੂੰ ਕੀ ਕਹਿੰਦਾ ਕਿ ਉਹ ਇਨਕੰਪੀਟੈਂਟ ਹੈ ਬਟ ਉਸਦੇ ਬਿਹਾਫ ਦੇ ਉੱਤੇ ਕੋਈ ਹੋਰ ਪਰਸਨ ਕੰਟਰੈਕਟ ਕਰ ਸਕਦਾ। ਇਟ ਮੀਨਸ ਕਿ ਉਸਦਾ ਕੋਈ ਵੀ ਗਾਰਡੀਅਨ ਹੋ ਗਿਆ, ਠੀਕ ਹੈ, ਤਾਂ ਉਹ ਕੀ ਹੈ ਮਾਈਨਰ ਦੇ ਬਿਹਾਫ ਦੇ ਉੱਤੇ ਕੰਟਰੈਕਟ
ਕਰ ਸਕਦਾ ਹੈ। नो स्पैसीफिक परफॉर्मेंस एक्सेप्ट इन सर्टन केसिस। इस तो इलावा की है जे कि जो एक माइनर नूं आपां की है इनकैपेबल ही मान लिया कि वो कंट्रैक्ट ही नहीं कर सकता, तो जेकर एक माइनर दे नाल आपां कोई कंट्रैक्ट करते भी हाँ तो उस दे विच जिन्नी भी परफॉर्मेंस होएगी वो की होगी, उसके गार्डियन की परफॉर्मेंस होगी। ठीक है, कि जो गार्डियन है वो माइनर के बिहाफ के उत्ते कंट्रैक्ट नूं एग्जीक्यूट है जो वो कर सकता है। लायबिलिटी फॉर टॉर्ट्स। टॉर्ट्स मीनस हुंदा रजे कि जदों आपां कुछ गलत करते हैं, इट मीनस दैट कि जेकर कंट्रैक्ट दे विच कोई भी गलती हुंदी है वो गलती उस माइनर द्वारा की जाती है कि जिहड़ी कि लॉ द्वारा की है फॉरगिव नहीं किया जा सकता, मतलब उन्होंने किसी भी वजह के नाल की है कंट्रैक्ट दे विच कोई इलीगल चीज़ हुंदी है तो माइनर ने की है तो माइनर नूं भी तुसीं पनिश करोगे। ठीक है, उस तो बाद है नो इंसॉल्वेंसी, कि एक माइनर नूं तुसीं इंसॉल्वेंट डिक्लेयर नहीं कर सकते क्योंकि किसी भी कंट्रैक्ट नूं करन दे लई वो परसनली लाइबल नहीं हुंदा, उन्होंने लॉ ने की कहा है इनकैपेबल परसन। आफ्टर दैट है पार्टनरशिप। तो इस तो इलावा की है एक माइनर है जो वो इनकॉम्पीटेंट हुंदा है। ठीक है, किसी भी कंपनी का पार्टनर बनने दे लई, बट फिर भी की है कि जेकर किसी भी पार्टनरशिप के बैनीफिट के लिए उसनों की है पार्टनर बनाया जा सकता है। ठीक है, कि उसनों तुसी पार्टनर मान सकते हो, बट अगर कोई भी लॉस होंदा है ठीक है तो वह उस माइनर के सिर ते तुसी नहीं पा सकते। तो ये तुहाडी अपनी परसनली जिम्मेवारी होगी जेकर तुसी एक माइनर नूं अपनी पार्टनरशिप कॉन्ट्रैक्ट दे विच नाल लै रहे हो। माइनर कैन बी एन एजेंट। माइनर की है जस्ट एक एजेंट हो सकता है, तो इट मीनस दैट कि माइनर की है एक प्रिंसीपल की तरह काम नहीं कर सकता, एक मेन परसन की तरह काम नहीं कर सकता। मेन परसन की तरह काम कौन करूगा, उसका गार्डियन करूगा। तो माइनर की है जस्ट एक उहदा एजेंट, मतलब कि एक सपोर्टिव परसन बन के रहूगा। उस सपोर्टिव परसन के जिन्ने भी जो एक्टिविटीज़ होणगियां या जो भी उसदियां रिस्पोंसिबिलिटीज़ होणगियां सारियां नूं कौन फुलफिल करूगा, उसका गार्डियन। उस तो बाद है माइनर कैन नॉट बाइंड पेरेंट और गार्डियन। एक माइनर अपने पेरेंट और गार्डियन नूं की है बाइंड नहीं कर सकता। इट मीनस दैट कि जेकर जो उन्होंने पेरेंट है या गार्डियन है कोई कंट्रैक्ट हुंदा मान लो, ठीक है, माइनर तो एक मेजर परसन दे विच, ते जेकर उसका गार्डियन या पेरेंट उस कंट्रैक्ट दे विच अपीयर नहीं हैगा, उन्होंने उस कंट्रैक्ट बारे पता नहीं, तो एक माइनर की करदा बाद दे विच उस कंट्रैक्ट नूं ब्रेक कर दिंदा। तो जदों वो कंट्रैक्ट नूं तोड़दा है तो इट डजंट मीन कि वह सारी दी सारी रिस्पोंसिबिलिटी अपने गार्डियन या पेरेंट्स के सिर पा दूगा, क्योंकि वह परसन की है एट द टाइम ऑफ कंट्रैक्ट दे वर नॉट प्रेजेंट, वो उत्थे प्रेजेंट नहीं सीगे। आफ्टर दैट है जॉइंट कॉन्ट्रैक्ट बाय माइनर एंड अडल्ट। अडल्ट होगा रजे कि जो 18 साल की एज नूं पूरा कर गया परसन। तो कहते जेकर एक माइनर तो एक अडल्ट परसन दे विच कोई कंट्रैक्ट हुंदा है तो जो जिवें मान लो कि एक माइनर तो अडल्ट दो परसन ने, एक पासे दूसरा अडल्ट परसन है, जे दोवां ने मिल के इकट्ठियां ने कंट्रैक्ट किया तो मेजर रिस्पोंसिबिलिटी किहदी होगी, अडल्ट परसन की। उस तो बाद है श्योरिटी फॉर अ माइनर। तो जदों भी कोई गरंटी वगैरह का कंट्रैक्ट हुंदा है, ठीक है, जिथे कि कोई अडल्ट परसन है वो एक माइनर की श्योरिटी लैंदा है तो थर्ड पार्टी नूं भी वो ही लायबिलिटी है जो सैट ऑफ करूगा। ये तो नॉर्मल जा केस भी आंदा है कि दो परसनस दे विच कोई कंट्रैक्ट हुंदा है तो तीसरे परसन नूं शामिल करते हैं गरंटी के वास्ते कि जे एक पैसे मुकर गया जी तो तीसरा परसन पैसे देऊगा। फिर चाहे वो कंट्रैक्ट मेजर दे विच होया चाहे माइनर्स दे विच होया तो जो लायबिलिटी है वो की है थर्ड पार्टी की हो जाती है। आफ्टर दैट है माइनर एज शेयर होल्डर। किसी कंपनी का जो वो पार्टनर हो सकता है फर्म का तो कि शेयर होल्डर भी हो सकता है, बट जो शेयर होल्डिंग है उसकी, ठीक है, तो उसनों की है रजे कि जेकर वो इनकॉम्पीटेंट है कंट्रैक्ट के लिए तो शुरू के आप यही चीज़ मानते हैं कि शेयर होल्डर भी नहीं हो सकता, बट जेकर वो कंपनी उसनों अपना शेयर होल्डर बनाती है वो अपने रिस्क के उत्ते बनाऊगी, क्योंकि कल नूं जेकर कोई लॉस होंदा है तो वह माइनर परसन है जो उस लॉस नूं फुलफिल नहीं करूगा। लायबिलिटी फॉर नसैसरीज। इस तो इलावा की रजे कि जो भी जिथे किते भी नसैसिटी है कि जिथे ज़्यादा किते नसैसिटी है जो अराइज होंदी है, सिर्फ उस केस दे विच ही आपां माइनर नूं की है किसी भी डीलिंग के लिए किसी एग्रीमेंट के लिए की है लायबल ठहरावांगे। अदरवाइज़ की है कुछ स्पैसीफिक केसां तो इलावा माइनर की किसी कॉन्ट्रैक्ट के रिगार्डिंग कोई भी जी जिम्मेवारी है वो नहीं होगी। ठीक है, आफ्टर दैट गल करते हैं आप परसन ऑफ अनसाउंड माइंड।
ਪਰਸਨਸ ਆਫ ਅਨਸਾਊਂਡ ਮਾਈਂਡ ਮੀਨਸ ਹੁੰਦਾ ਕਿ ਜੋ ਜਿਨ੍ਹਾਂ ਪਰਸਨਸ ਦਾ ਜੋ ਮਾਈਂਡ ਦਾ ਸਿਸਟਮ ਹੈ, ਠੀਕ ਹੈ, ਉਹ ਕੀ ਹੈ, ਐਫੀਸ਼ੀਐਂਟ ਤਰੀਕੇ ਦੇ ਨਾਲ ਵਰਕ ਨਹੀਂ ਕਰਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਲੂਨੈਟਿਕ ਪਰਸਨਸ ਹੋ ਗਏ, ਠੀਕ ਹੈ, ਜਿਨ੍ਹਾਂ ਨੂੰ ਮੈਂਟਲ ਅਸਾਈਲਮ ਵਗੈਰਾ ਦੇ ਵਿੱਚ ਰੱਖਿਆ ਜਾਂਦਾ ਹੈ। ਤਾਂ ਇਸ ਤਰ੍ਹਾਂ ਦੇ ਪਰਸਨ ਹੋਣਗੇ, ਉਹ ਕਿਸੇ ਵੀ ਵੇ ਦੇ ਨਾਲ ਆਪਾਂ ਉਹਨਾਂ ਨੂੰ ਕੰਟਰੈਕਟ ਦੇ ਵਿੱਚ ਸ਼ਾਮਿਲ ਨਹੀਂ ਕਰ ਸਕਦੇ। ਅਤੇ ਜੇਕਰ ਇਹੋ ਜਿਹੇ ਪਰਸਨਸ ਨੂੰ ਕੰਟਰੈਕਟ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਦੈਨ ਇਟ ਮੀਨਸ ਉਹ ਕੰਟਰੈਕਟ ਕੀ ਹੋ ਜਾਊਗਾ, ਵੋਇਡ ਐਬ ਇਨੀਸ਼ੀਅਲ ਦੇ ਵਿੱਚ ਹੀ ਉਹ ਕੀ ਹੋ ਜਾਊਗਾ, ਵੋਇਡ ਹੋ ਜਾਊਗਾ। ਤਾਂ ਅਨਸਾਊਂਡ ਮਾਈਂਡ ਪਰਸਨਸ ਦੇ ਵਿੱਚ ਕਿਹੜੀ ਕੈਟਾਗਰੀ ਦੇ ਪਰਸਨਸ ਨੂੰ ਰੱਖਿਆ ਗਿਆ, ਜਿਵੇਂ ਆਪਾਂ ਮੇਨਲੀ ਗੱਲ ਕਰਦੇ ਹਾਂ ਈਡੀਓਸੀ ਮੀਨਸ ਹੁੰਦੇ ਆ ਜੋ ਈਡੀਅਟ ਪਰਸਨਸ ਹੁੰਦੇ ਆ, ਠੀਕ ਹੈ, ਮਤਲਬ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਕਦੇ ਜਿਹੜੇ ਪਰਸਨਸ ਹੁੰਦੇ ਨੇ, ਕਈਆਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਨਾ, ਇਨਕੈਪੇਬਲ ਆਫ ਥਿੰਕਿੰਗ ਹੋ ਜਾਂਦੇ ਆ ਕਿ ਪਰਸਨ ਕਿ ਉਹ ਸਹੀ ਵੇ ਦੇ ਨਾਲ ਥਿੰਕ ਨਹੀਂ ਕਰ ਪਾਉਂਦੇ, ਅਤੇ ਉਹ ਵਾਲੇ ਪਰਸਨਸ ਹੋ ਗਏ। ਸੈਕਿੰਡਲੀ ਹੈ ਰਾਜੇ ਲੂਨੈਸੀ ਔਰ ਇਨਸੈਨਿਟੀ ਨੂੰ ਬੋਲਿਆ ਜਾਂਦਾ ਹੈ ਜੀ, ਇੱਕ ਬ੍ਰੇਨ ਦੀ ਇੱਕ ਡਿਸੀਜ਼ ਹੁੰਦੀ ਹੈ ਜਿਸ ਦੇ ਵਿੱਚ ਇੱਕ ਪਰਸਨ ਹੈ ਜੋ ਉਹ ਸਹੀ ਤਰੀਕੇ ਦੇ ਨਾਲ ਨਹੀਂ ਸੋਚ ਸਕਦਾ। ਅਤੇ ਇਸ ਕੈਟਾਗਰੀ ਵਿੱਚ ਥਰਡ ਤਰ੍ਹਾਂ ਦੇ ਪਰਸਨ ਨੂੰ ਲਿਆ ਗਿਆ ਡਰੰਕਨੈਸ, ਕਿ ਜਿਹੜੇ ਪਰਸਨ ਜਿਵੇਂ ਆਪਾਂ ਕਹਿ ਦਿੰਦੇ ਹਾਂ ਅਲਕੋਹਲ ਯੂਜ਼ ਕਰਦੇ ਆ, ਠੀਕ ਹੈ, ਉਹ ਵਾਲੇ ਪਰਸਨਸ, ਤਾਂ ਉਹਨਾਂ ਨੂੰ ਵੀ ਆਪਾਂ ਲੂਨੈਟਿਕ ਹੀ ਸਮਝਦੇ ਹਾਂ। ਜੇਕਰ ਤੁਸੀਂ ਕਿਸੇ ਸ਼ਰਾਬ ਪੀਤੀ ਵਾਲੇ ਬੰਦੇ ਦੇ ਨਾਲ ਕੋਈ ਕੰਟਰੈਕਟ ਕਰਦੇ ਹੋ, ਦੈਟ ਮੀਨਸ ਉਹ ਕੰਟਰੈਕਟ ਕੀ ਹੈ, ਵੈਲਿਡ ਨਹੀਂ ਮੰਨਿਆ ਜਾਊਗਾ। ਫੋਰਥ ਹੈ ਹਾਈਪੋਨੇਟਿਜ਼ਮ। ਇਟ ਮੀਨਸ ਦੈਟ ਕਿ ਜਿਨ੍ਹਾਂ ਪਰਸਨਸ ਦਾ ਜੋ ਡਿਊ ਟੂ ਨੋਨ ਸਲੀਪਿੰਗ, ਕਿ ਉਹਨਾਂ ਦਾ ਦਿਮਾਗ ਹੈ ਜੋ ਸਹੀ ਤਰ੍ਹਾਂ ਵਰਕ ਨਹੀਂ ਕਰ ਰਿਹਾ, ਕਿ ਉਹ ਜੇਕਰ ਉਹਨਾਂ ਨੂੰ ਇੱਕ ਰਿਕੁਆਇਰਡ ਫੋਰਮ ਦੇ ਵਿੱਚ ਜੋ ਸਲੀਪ ਹੈ ਨਾ ਮਿਲੇ, ਠੀਕ ਹੈ, ਨੀਂਦ ਹੈ ਜਿਹੜੀ ਨਾ ਮਿਲੇ, ਤਾਂ ਉਹਨਾਂ ਦਾ ਦਿਮਾਗ ਹੈ ਜੋ ਕੰਮ ਕਰਨਾ ਬੰਦ ਕਰ ਦਿੰਦਾ। ਇੱਕ ਜਦੋਂ ਆਪਾਂ ਕਿਸੇ ਨਾਲ ਕੰਟਰੈਕਟ ਕਰਦੇ ਹਾਂ, ਦੈਟ ਮੀਨਸ ਕਿ ਉਹ ਪਰਸਨ ਕੀ ਹੈ, ਆਪਾਂ ਇਹ ਚੀਜ਼ ਐਕਸਪੈਕਟ ਕਰਦੇ ਹਾਂ ਕਿ ਉਸ ਕੰਟਰੈਕਟ ਨੂੰ ਸਹੀ ਤਰ੍ਹਾਂ ਸਮਝ ਰਿਹਾ, ਬਟ ਜੇਕਰ ਉਹ ਪਰਸਨ ਕਿਸੇ ਵੀ ਵਜ੍ਹਾ ਕਰਕੇ ਉਸ ਕੰਟਰੈਕਟ ਨੂੰ ਸਮਝਣ ਦੇ ਲਈ ਅਸਫਲ ਰਹਿੰਦਾ ਹੈ ਜਾਂ ਇਨਕੈਪੇਬਲ ਹੁੰਦਾ ਉਹ ਪਰਸਨ, ਤਾਂ ਉਸ ਪਰਸਨ ਨੂੰ ਆਪਾਂ ਕੀ ਹੈ, ਕੰਟਰੈਕਟ ਹੈ ਜੋ ਵੈਲਿਡ ਨਹੀਂ ਮੰਨਾਂਗੇ। ਲਾਸਟ ਹੈ ਰਾਜੇ ਮੈਂਟਲ ਡੀਕੇ। ਇਸ ਤੋਂ ਇਲਾਵਾ ਕਈ ਪਰਸਨ ਹੋ ਜਾਂਦੇ ਜੋ ਜ਼ਿਆਦਾ ਹੀ ਓਲਡ ਏਜ ਹੋ ਜਾਂਦੇ ਹੈ, ਤਾਂ ਉਹਨਾਂ ਦਾ ਜੋ ਦਿਮਾਗ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ। ਤਾਂ ਇਸ ਕੇਸ ਦੇ ਵਿੱਚ ਵੀ ਕੀ ਹੈ, ਤੁਸੀਂ ਉਹਨਾਂ ਪਰਸਨਸ ਨੂੰ ਇਨਕੈਪੇਬਲ ਮੰਨਦੇ ਹੋ ਕਿਸੇ ਕੰਟਰੈਕਟ ਨੂੰ ਕਰਨ ਦੇ ਲਈ, ਅਤੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਅਨਸਾਊਂਡ ਮਾਈਂਡ ਦੀ ਕੈਟਾਗਰੀ ਵਾਲੇ ਪਰਸਨਸ ਦੇ ਨਾਲ। ਉਸ ਤੋਂ ਬਾਅਦ ਕੁਝ ਪਰਸਨਸ ਆਉਂਦੇ ਆ, ਪਰਸਨਸ ਡਿਸਕੁਆਲੀਫਾਈਡ ਫਰੋਮ ਕੰਟਰੈਕਟਿੰਗ ਬਾਈ ਐਨੀ ਅਦਰ ਲਾਅ, ਕਿ ਜਿਹੜੇ ਪਰਸਨ ਕੁਛ ਲਾਜ਼ ਦੇ ਅੰਡਰ ਕੀ ਹੋ ਜਾਂਦੇ ਹੈਗੇ, ਡਿਸਕੁਆਲੀਫਾਈ ਹੋ ਜਾਂਦੇ ਆ ਕਿਸੇ ਕੰਟਰੈਕਟ ਨੂੰ ਕਰਨ ਦੇ ਲਈ। ਜਿਸ ਤਰ੍ਹਾਂ ਪਹਿਲੀ ਆਪਾਂ ਗੱਲ ਕਰਦੇ ਹਾਂ ਰਾਜੇ ਏਲੀਅਨ ਐਨੀਮੀਜ਼, ਕਿ ਏਲੀਅਨ ਐਨੀਮੀਜ਼ ਕੀ ਹੋਣਗੇ, ਕੋਈ ਦੂਸਰੇ ਗ੍ਰਹਿ ਦੇ ਐਨੀਮੀ ਨਹੀਂ ਹੁੰਦੇ। ਏਲੀਅਨ ਐਨੀਮੀਜ਼ ਹੁੰਦਾ ਆਪਣੇ, ਕਿ ਜੋ ਕਿਸੇ ਦੂਸਰੀ ਕੰਟਰੀ ਨੂੰ ਬਿਲੋਂਗ ਕਰਦੇ ਆ, ਅਤੇ ਉਸ ਕੰਟਰੀ ਦੇ ਨਾਲ ਆਪਣਾ ਕੋਈ ਟਰੇਡ ਨਹੀਂ ਹੈ, ਜਾਂ ਕਿਸੇ ਵੀ ਵਜ੍ਹਾ 'ਤੇ ਕਰਕੇ ਆਪਣੀ ਉਸ ਕੰਟਰੀ ਦੇ ਨਾਲ ਕੀ ਹੈ, ਸਹੀ ਜੋ ਆਪਣੇ ਰਿਲੇਸ਼ਨਸ਼ਿਪਸ ਨੇ, ਆਪਣਾ ਬਿਹੇਵੀਅਰ ਹੈ ਉਸ ਕੰਟਰੀ ਦੇ ਨਾਲ ਵਿਗੜ ਚੁੱਕਿਆ। ਜਿਸ ਤਰ੍ਹਾਂ ਹੁਣ ਕਰੰਟਲੀ ਆਪਾਂ ਗੱਲ ਕਰਦੇ ਹਾਂ ਚਾਈਨਾ ਦੀ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਜੇਕਰ ਪਰਸਨਸ ਦੇ ਨਾਲ ਆਪਣੀ ਕੰਟਰੀ ਦਾ ਕੋਈ ਸਿਟੀਜ਼ਨ ਹੈ ਕੋਈ ਕੰਟਰੈਕਟ ਕਰਦਾ ਹੈ, ਤਾਂ ਉਸ ਕੰਟਰੈਕਟ ਨੂੰ ਕੀ ਹੈ, ਵੋਇਡ ਮੰਨਿਆ ਜਾਊਗਾ। ਸੈਕਿੰਡਲੀ ਹੈ ਫੋਰਨ ਸਰਜਨਸ ਔਰ ਐਮੀ ਮਾਈਨਰਸ। ਅਤੇ ਇਸ ਤੋਂ ਇਲਾਵਾ ਕੀ ਹੈ ਕਿ ਜੋ ਫੋਰਨ ਦੇ ਜਿਹੜੇ ਮਤਲਬ ਆਪਾਂ ਕਹਿ ਲਓ ਕਿ ਅਥੋਰਟੀਜ਼ ਨੇ, ਕਿ ਜਿਨ੍ਹਾਂ ਨੂੰ ਆਪਣੀ ਕੰਟਰੀ ਕੀ ਹੈ, ਰਿਕੋਗਨਾਈਜ਼ ਨਹੀਂ ਕਰਦੀ। ਅਤੇ ਇਸ ਤੋਂ ਇਲਾਵਾ ਜਿਹੜੇ ਉੱਧਰ ਦੇ ਕੀ ਹੈ, ਮਾਈਨਰ ਪਰਸਨਸ ਹੋ ਗਏ, ਤਾਂ ਉਹਨਾਂ ਪਰਸਨਸ ਨੂੰ ਵੀ ਆਪਾਂ ਕੀ ਕਰ ਦਿਆਂਗੇ, ਡਿਸਕੁਆਲੀਫਾਈਡ ਮੰਨਦੇ ਆ ਲਾਅ ਤੋਂ। ਤੀਸਰੇ ਤਰ੍ਹਾਂ ਦੇ ਪਰਸਨ ਹੁੰਦੇ ਆ ਇਨਸੋਲਵੈਂਟਸ, ਕਿ ਜਿਹੜਾ ਪਰਸਨ ਖੁਦ ਹੀ ਇਨਸੋਲਵੈਂਟ ਹੈ ਉਹਨੂੰ ਵੀ ਤੁਸੀਂ ਕਿਸੇ ਕੰਟਰੈਕਟ 'ਚ ਸ਼ਾਮਿਲ ਨਹੀਂ ਕਰ ਸਕਦੇ। ਫੋਰਥ ਹੈ ਰਾਜੇ ਕਨਵਿਕਟਸ, ਜਿਹੜੇ ਕਨਵਿਕਟ ਹੋਣਗੇ ਅਪਰਾਧੀ ਪਰਸਨ, ਜਿਨ੍ਹਾਂ ਨੇ ਕੋਈ ਜੁਰਮ ਕੀਤਾ ਹੁੰਦਾ, ਉਹਨਾਂ ਪਰਸਨਸ ਨੂੰ ਤੁਸੀਂ ਕੰਟਰੈਕਟ ਦੇ ਵਿੱਚ ਨਹੀਂ ਲੈ ਸਕਦੇ। ਫਿਫਥ ਹੁੰਦੀਆਂ ਨੇ ਕਾਰਪੋਰੇਸ਼ਨਸ ਕੀ ਹੁੰਦੀਆਂ ਰਾਜੇ, ਕਿ ਇਹਨਾਂ ਨੂੰ ਆਪਾਂ ਕੀ ਕਰਦੇ ਹਾਂ, ਇੱਕ ਆਰਟੀਫਿਸ਼ਲ ਪਰਸਨ ਮੰਨਦੇ ਹਾਂ, ਠੀਕ ਹੈ, ਇਹਨਾਂ ਦੀ ਆਪਣੀ ਕੋਈ ਐਗਜ਼ਿਸਟੈਂਸ ਨਹੀਂ ਹੁੰਦੇ। ਤਾਂ ਜੇਕਰ ਇਹ ਆਰਟੀਫਿਸ਼ਲ ਪਰਸਨਸ ਨੇ, ਇਹ ਸਿਰਫ ਲਾਅ ਦੀ ਆਈਜ਼ ਦੇ ਵਿੱਚ ਕੀ ਹੈ, ਜੋ ਐਗਜ਼ਿਸਟ ਕਰਦੇ ਆ, ਬਟ ਜੇਕਰ ਤੁਸੀਂ ਕਿਸੇ ਕਾਰਪੋਰੇਸ਼ਨ ਦੇ ਨਾਲ ਜੋ ਕੰਟਰੈਕਟ ਹੈ ਕਰਦੇ ਹੋ, ਤਾਂ ਤੁਹਾਨੂੰ ਇਹਦੇ ਲਈ ਕੀ ਚਾਹੀਦਾ, ਇੱਕ ਏਜੰਟ ਚਾਹੀਦਾ, ਇੱਕ ਪਰਸਨ ਚਾਹੀਦਾ। ਅਗਲਾ ਹੈ ਪ੍ਰੋਫੈਸ਼ਨਲ ਪਰਸਨਸ, ਅਤੇ ਬਟ ਆਪਣੇ ਇੰਡੀਆ ਦੇ ਵਿੱਚ ਜੋ ਪ੍ਰੋਫੈਸ਼ਨਲ ਪਰਸਨਸ ਵਾਲਾ ਰੂਲ ਹੈ ਉਹ ਫੋਲੋ ਨਹੀਂ ਹੁੰਦਾ। ਆਪਾਂ ਪ੍ਰੋਫੈਸ਼ਨਲ ਪਰਸਨਸ ਦੇ ਨਾਲ ਕੰਟਰੈਕਟ ਕਰ ਸਕਦੇ ਹਾਂ, ਬਟ ਜੇਕਰ ਆਪਾਂ ਇੰਗਲੈਂਡ ਦੀ ਗੱਲ ਕਰੀਏ ਤਾਂ ਉੱਥੋਂ ਦੇ ਜੋ ਬੈਰਿਸਟਰਸ ਨੇ ਉਹਨਾਂ ਦੇ ਨਾਲ ਜੇਕਰ ਤੁਸੀਂ ਕੰਟਰੈਕਟ ਕਰਦੇ ਹੋ, ਤਾਂ ਉਸਨੂੰ ਕੀ ਮੰਨਿਆ ਜਾਂਦਾ, ਵੋਇਡ ਮੰਨਿਆ ਜਾਂਦਾ ਹੈ। ਕੰਟਰੈਕਚੁਅਲ ਕਪੈਸਿਟੀ ਆਫ ਮੈਰਿਡ ਵਿਮਨ, ਅਤੇ ਇਸ ਤੋਂ ਇਲਾਵਾ ਕੀ ਹੈ ਕਿ ਜੋ ਇੱਕ ਮੈਰਿਡ ਵਿਮਨ ਹੈ, ਤਾਂ ਕਈ ਕੰਟਰੀਜ਼ ਦੇ ਵਿੱਚ ਇਹ ਵੀ ਚੀਜ਼ ਮੰਨੀ ਜਾਂਦੀ ਹੈ ਕਿ ਮੈਰਿਡ ਵਿਮਨ ਹੈ ਕੰਟਰੈਕਟ ਨਹੀਂ ਕਰ ਸਕਦੀ,
ਕਿਉਂ ਨਹੀਂ ਕਰ ਸਕਦੀ ਰਾਜੇ? ਕਿਉਂਕਿ ਜੇਕਰ ਆਪਾਂ ਇਹ ਚੀਜ਼ ਮੰਨੀ ਜਾਂਦੀ ਹੈ ਕਿ ਜੋ ਮੈਰਿਡ ਵਿਮਨ ਨੇਗੀਆਂ ਉਹ ਕੀ ਕਰਦੀਆਂ ਨੇ ਕਿ ਆਪਣੇ ਹਸਬੈਂਡ ਦੇ ਦਬਾਅ ਦੇ ਨੀਚੇ ਆ ਕੇ ਕੋਈ ਕੰਟਰੈਕਟ ਕਰਦੀਆਂ ਨੇ। ਕਿਉਂਕਿ ਜਦੋਂ ਆਪਾਂ ਕੰਟਰੈਕਟ ਦੀ ਗੱਲ ਕਰਦੇ ਹਾਂ ਆਪਾਂ ਇਹ ਚੀਜ਼ ਵੀ ਕਹਿੰਦੇ ਹਾਂ ਕਿ ਜੋ ਕੰਟਰੈਕਟ ਹੈ ਉਸ ਦੇ ਲਈ ਆਪਣੀ ਜੋ ਕੰਸੈਂਟ ਹੈ, ਐਕਸੈਪਟੈਂਸ ਹੈ, ਉਹ ਕੀ ਹੈ, ਫ੍ਰੀ ਫਰੋਮ ਐਨੀ ਫੋਰਸ ਹੋਣੀ ਚਾਹੀਦੀ ਹੈ। ਬਟ ਅਗਰ ਕਿਸੇ ਕੇਸ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਕੋਈ ਮੈਰਿਡ ਵਿਮਨ ਹੈ ਉਹ ਆਪਣੇ ਹਸਬੈਂਡ ਦੇ ਫੋਰਸ ਦੇ ਹੇਠ ਆ ਕੇ ਕੋਈ ਕੰਟਰੈਕਟ ਕਰ ਰਹੀ ਹੈ ਤਾਂ ਉਸ ਕੰਟਰੈਕਟ ਨੂੰ ਆਪਾਂ ਕੀ ਹੈ, ਵੋਇਡ ਮੰਨਦੇ ਹਾਂ। ਦੈਟਸ ਆਲ।